ਨਮਸਕਾਰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦੇਸ਼ ਤੋਂ ਵਿਦੇਸ਼। ਇੱਕ ਵਾਰੀ ਫਿਰ ਇਸ ਸ਼ੋਅ ਦੇ ਵਿੱਚ ਹਾਜ਼ਰ ਹਾਂ। ਇਹ ਸ਼ੋਅ ਅੱਜ ਦਾ ਕੁਝ ਖਾਸ ਹੈ ਕਿਉਂਕਿ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ JW ਮੈਰਿਟ ਹੋਟਲ ਦੇ ਵਿੱਚ, ਜਿੱਥੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਦਾ ਸੈਮੀਨਾਰ ਚੱਲ ਰਿਹਾ। ਜੀ ਹਾਂ, ਕਿਉਂਕਿ ਇਹ ਸਟੱਡੀ ਵੀਜ਼ਾ ਸੈਮੀਨਾਰ ਹੈ। ਇਸ ਸੈਮੀਨਾਰ ਦੇ ਵਿੱਚ ਕਾਫੀ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰ ਰਹੀਆਂ ਨੇ। ਅਗਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਜਿਹੜਾ ਸਕਰੀਨ ਦੇ ਉੱਪਰ ਨੰਬਰ ਫਲੈਸ਼ ਹੋ ਰਿਹਾ ਉਸ ਨੰਬਰ ਦੇ ਉੱਪਰ ਕਾਲ ਕਰਕੇ ਜਿਹੜੀ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਕਿਸੇ ਵੀ ਕੰਟਰੀ ਦੇ ਰਿਗਾਰਡਿੰਗ। ਇਹ ਜਿਹੜਾ ਸਟੱਡੀ ਵੀਜ਼ਾ ਸੈਮੀਨਾਰ ਹੈ ਕੈਨੇਡਾ ਨੂੰ ਲੈ ਕੇ ਹੈ। ਕੈਨੇਡਾ ਦੇ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਇਸ ਸੈਮੀਨਾਰ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ। ਤੁਸੀਂ ਵੀ ਆਪਣਾ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਔਰ ਕੈਨੇਡਾ ਦੇ ਲਈ ਐਲੀਜੀਬਲ ਹੋ ਤਾਂ ਤੁਸੀਂ ਆਪਣਾ ਪ੍ਰੋਫਾਈਲ ਜਿਹੜਾ ਜੇ ਹੈ ਡਾਇਰੈਕਟਲੀ ਨਾ ਕਾਲਜ ਜਿਹੜੇ ਡੈਲੀਗੇਟਸ ਨੇ ਉਹਨਾਂ ਨਾਲ ਮਿਲ ਕੇ ਜਿਹੜਾ ਡਿਸਕਸ ਕਰ ਸਕਦੇ ਹੋ। ਕਾਫੀ ਸਾਰੇ ਕਾਲਜ ਯੂਨੀਵਰਸਿਟੀਆਂ ਇੱਥੇ ਤੁਹਾਨੂੰ ਮਿਲਣ ਵਾਲੇ ਨੇ। ਆਓ ਇੱਕ ਨਜ਼ਰ ਮਾਰਦੇ ਹਾਂ ਤੇ ਜਾਣਦੇ ਹਾਂ ਕਿਹੜੇ ਯੂਨੀਵਰਸਿਟੀਆਂ ਕਾਲਜ ਜਿਹੜੇ ਲੈਂਡਮਾਰਕ ਦੇ ਨਾਲ ਇਸ ਸੈਮੀਨਾਰ ਦੇ ਵਿੱਚ ਹਾਜ਼ਰ ਨੇ। ਪਿਛਲੇ ਦਿਨੀ ਲੈਂਡਮਾਰਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਸਟੱਡੀ ਵੀਜ਼ਾ ਸੈਮੀਨਾਰ ਜਿਹੜਾ ਜਿਹਾ ਉਹ JW ਮੈਰਿਟ ਦੇ ਵਿੱਚ ਕਰਵਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਸੈਮੀਨਾਰ ਦੇ ਵਿੱਚ ਬਹੁਤ ਸਾਰੇ ਬੱਚੇ ਸੀਗੇ ਜਿਨ੍ਹਾਂ ਨੇ ਭਾਗ ਲਿਆ ਔਰ ਇਸ ਸੈਮੀਨਾਰ ਦੇ ਵਿੱਚ ਖਾਸ ਗੱਲ ਇਹ ਵੀ ਸੀਗੀ ਕਿ ਇੱਥੇ ਕਾਫੀ ਕਾਲਜ ਯੂਨੀਵਰਸਿਟੀਆਂ ਦੇ ਜਿਹੜੇ ਡੈਲੀਗੇਟ ਸੀਗੇ ਉਹਨਾਂ ਨੂੰ ਤੁਸੀਂ ਮਿਲਣ ਦਾ ਮੌਕਾ ਜਿਹੜਾ ਜਿਹਾ ਹਾਸਿਲ ਕੀਤਾ। ਇੱਕ ਹੋਰ ਵੀਜ਼ਾ ਸਟੈਂਪ ਹੋ ਕੇ ਜਿਹੜਾ ਜਾਂ ਕੈਨੇਡਾ ਦਾ ਉਹ ਮੇਰੇ ਕੋਲ ਇਹਨਾਂ ਦਾ ਪਾਸਪੋਰਟ ਪਿਆ ਜੀ। ਆਪਾਂ ਨਾਲ ਗੱਲਬਾਤ ਕਰਾਂਗੇ। ਅਰਸ਼ਦੀਪ ਇਹਨਾਂ ਦਾ ਨਾਮ ਹੈ, ਕਿੱਥੋਂ ਬਿਲੋਂਗ ਕਰਦੇ ਆ ਤੇ ਕਿੱਦਾਂ ਇਹਨਾਂ ਨੂੰ ਲੈਂਡਮਾਰਕ ਬਾਰੇ ਪਤਾ ਲੱਗਿਆ ਸੀਗਾ, ਕਿੱਦਾਂ ਦੇ ਐਕਸਪੀਰੀਅੰਸ ਜਿਹੜੇ ਨੇ ਇਹਨਾਂ ਦੇ ਲੈਂਡਮਾਰਕ ਦੇ ਨਾਲ ਰਹੇ ਸਰ, ਕੀ ਕਹਿਣਾ ਚਾਹੋਗੇ? ਹੈਲੋ, ਮੈਂ ਅਰਸ਼ਦੀਪ ਸਿੰਘ, ਮੈਂ ਬਠਿੰਡਾ ਤੋਂ ਬਿਲੋਂਗ ਕਰਦਾ ਹਾਂ ਐਂਡ ਲਾਸਟ ਈਅਰ ਮੇਰੇ ਫਰੈਂਡ ਹੈਗੇ ਨੇ ਹਰਮਨ ਸਿੰਘ ਐਂਡ ਉਹ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਗਏ ਸੀਗੇ। ਉਹਨਾਂ ਦੀ ਫਾਈਲ ਵੀ ਇਹਨਾਂ ਨੇ ਹੀ ਕੀਤੀ ਸੀ, ਮੋਹਾਲੀ ਤੋਂ ਫਾਈਲਿੰਗ ਹੋਈ ਸੀ ਐਂਡ ਮਤਲਬ ਲੈਂਡਮਾਰਕ ਤੋਂ ਹੀ ਉਹਨਾਂ ਦੀ ਫਾਈਲ ਜਿਹੜੀ ਲੱਗੀ ਸੀ। ਉਹਨਾਂ ਨੇ ਮੈਨੂੰ ਰੈਫਰੈਂਸ ਦਿੱਤਾ ਸੀਗਾ ਬਿਕੋਜ਼ ਉਹ ਵੀ ਕਾਫੀ ਸਹੀ ਉੱਥੇ ਆਪਣਾ ਸਰਵਾਈਵ ਕਰ ਰਹੀ ਹੈ, ਸੋ ਦੈਟਸ ਵਾਈ ਉਹਨਾਂ ਦੀ ਰੈਫਰੈਂਸ ਤੋਂ ਹੀ ਮੈਨੂੰ ਲੈਂਡਮਾਰਕ ਦਾ ਰੈਫਰੈਂਸ ਮਿਲਿਆ ਸੀਗਾ। ਅੱਛਾ, ਮੈਂ ਗੱਲ ਕਰਾਂ ਅਗਰ ਇਨਟੇਕ ਦੀ ਤਾਂ ਕਿਹੜਾ ਇਨਟੇਕ ਹੈ ਔਰ ਇੱਥੇ +2 ਤੁਹਾਡੀ ਕੁਆਲੀਫਿਕੇਸ਼ਨ ਕਿਆ ਸੀਗੀ ਇੰਡੀਆ ਦੇ ਵਿੱਚ, ਅੱਗੇ ਕੈਨੇਡਾ ਤੋਂ ਫਰਦਰ ਕਿਹੜੇ ਕਾਲਜ ਯੂਨੀਵਰਸਿਟੀ ਜਾ ਰਹੇ, ਕੋਰਸ ਕਿਹੜਾ ਹੈ? ਮੇਰੀ 2018 ਦੇ ਵਿੱਚ +2 ਕਲੀਅਰ ਹੋਈ ਸੀ ਐਂਡ ਆਫਟਰ ਦੈਟ ਮੈਂ IELTS ਪ੍ਰੈਕਟਿਸ ਕਰ ਰਿਹਾ ਸੀਗਾ ਬਟ ਥੋੜਾ ਰਿਜ਼ਲਟ ਲੇਟ ਆਉਣ ਕਰਕੇ ਤਾਂ ਮੈਂ ਇਨਟੇਕ ਆਪਾਂ ਕਿਹੜਾ ਦੈਨ ਮੈਂ ਪਹਿਲਾਂ ਜਨਵਰੀ ਇਨਟੇਕ ਲਗਾਇਆ ਸੀਗਾ, ਉਸ ਤੋਂ ਬਾਅਦ ਜੁਲਾਈ ਇਨਟੇਕ ਦੇ ਵਿੱਚ ਡੈਫਰ ਕਰਵਾ ਲਿਆ ਸੀਗਾ। ਸੋ ਬਟ ਜੁਲਾਈ ਇਨਟੇਕ ਦੀ ਜੋ ਫਾਈਲ ਪ੍ਰੋਸੈਸਿੰਗ ਸੀ ਉਹ ਕਾਫੀ ਫਾਸਟ ਰਹੀ ਐਂਡ ਵੀਜ਼ਾ ਮੇਰਾ ਜਿਸ ਦਿਨ ਬਾਇਓਮੈਟ੍ਰਿਕ ਸੀ ਉਸ ਦਿਨ ਈਵਨਿੰਗ ਹੀ ਆ ਗਿਆ ਸੀ। ਸੋ
ਆਈ ਵਿਲ ਰਿਕਮੈਂਡ। ਜੇ ਆਪਾਂ ਗੱਲ ਕਰੀਏ ਆਈਲੈਟਸ ਦੀ ਤਾਂ ਕਿੰਨੇ ਇੱਥੇ ਬੈਂਡ ਸੀਗੇ ਤੁਹਾਡੇ, ਆਈਲੈਟਸ ਦੇ ਕਿੰਨੇ ਸਕੋਰ ਸੀਗੇ ਔਰ ਐਜੂਕੇਸ਼ਨ ਕੀ ਸੀਗੀ? ਬੇਸਿਕਲੀ ਆਫਟਰ +2 ਮੈਂ ਆਇਲਸ ਕੀਤਾ ਸੀਗਾ, ਬਟ ਉਸ 'ਚ ਸਕੋਰ ਕੁਝ ਅੱਛੇ ਨਹੀਂ ਸੀਗੇ। ਸੋ ਮੇਰੀ ਫਾਈਲ ਨੌਨ ਐਸਡੀਐਸ ਸੀ, ਪੀਟੀ ਦੇ ਵਿੱਚ 62 ਸਕੋਰ ਸੀਗੇ। ਤੋ ਜਿੱਦਾਂ ਕਿ ਪੀਟੀ ਦੇ ਵਿੱਚ ਚਾਂਸਸ ਥੋੜ੍ਹੇ ਘੱਟ ਹੁੰਦੇ, ਬਟ ਮੇਰਾ ਵੀਜ਼ਾ ਬਹੁਤ ਹੀ ਜ਼ਿਆਦਾ ਫਾਸਟ ਪ੍ਰੋਸੈਸਿੰਗ ਹੋਇਆ, ਬਹੁਤ ਜਲਦੀ ਆਇਆ। ਸੋ ਆਈ ਐਮ ਵੈਰੀ ਹੈਪੀ ਅਬਾਊਟ ਦਿਸ। ਅੱਗੇ ਕੈਨੇਡਾ ਤੁਸੀਂ ਕਿਹੜੇ ਪ੍ਰੋਵਿੰਸ 'ਚ ਜਾ ਰਹੇ ਹੋ ਤੇ ਉੱਥੇ ਕੋਰਸ ਤੇ ਕਾਲਜ ਕਿਹੜਾ ਹੈ? ਮੈਨੂੰ ਹਰਕੀਰਤ ਮੈਮ ਫਰੋਮ ਬਠਿੰਡਾ, ਜੋ ਕਾਉਂਸਲਰਸ ਹੈਗੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ, ਉਹਨਾਂ ਨੇ ਮੈਨੂੰ ਰੈਫਰੈਂਸ ਦਿੱਤਾ ਸੀਗਾ, ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਐਸੋਸੀਏਟ ਆਫ ਆਰਟਸ ਜੁਆਇਨ ਕਰੋ ਐਂਡ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਵੈਨਕੂਵਰ ਡਾਊਨਟਾਊਨ ਦੇ ਵਿੱਚ ਲਓ। ਦੈਨ ਮੈਂ ਉਹਨਾਂ ਦੀ ਰਿਕਮੈਂਡੇਸ਼ਨ 'ਤੇ ਰਿਹਾ ਐਂਡ ਉਹਨਾਂ ਨੇ ਮੇਰੀ ਜੋ ਫਾਈਲ ਹੈ ਬਹੁਤ ਵਧੀਆ ਤਰੀਕੇ ਨਾਲ ਪ੍ਰੋਸੈਸ ਕੀਤੀ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਇਹ ਤੁਹਾਡਾ ਪਾਸਪੋਰਟ ਆਪਾਂ ਤੁਹਾਨੂੰ ਹੈਂਡ ਓਵਰ ਕਰ ਰਹੇ ਹਾਂ। ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਸੋ ਮਚ। ਨਾਲ ਤੁਹਾਨੂੰ ਦੱਸ ਦਈਏ ਕਿ ਜੋ ਬੱਚੇ ਵਿਦੇਸ਼ ਵਿੱਚ ਪੜ੍ਹਾਈ ਕਰਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ, ਉਹਨਾਂ ਲਈ ਜਾਣਕਾਰੀ ਦਿੰਦੇ ਹੋਏ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੁਖੀ ਨੇ ਦੱਸਿਆ ਕਿ ਬੱਚਿਆਂ ਦੇ ਲਈ ਇਹ ਸੈਮੀਨਾਰ ਜਿਹੜਾ ਜਿਹਾ ਕਾਫੀ ਲਾਹੇਮੰਦ ਹੈ, ਕਿਉਂਕਿ ਇਸ ਸੈਮੀਨਾਰ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਆਪਣੇ ਪ੍ਰੋਫਾਈਲ ਨੂੰ ਲੈ ਕੇ ਡੈਲੀਗੇਟਸ ਦੇ ਨਾਲ, ਜਿਹੜੇ ਕਿ ਕਾਲਜ ਵੱਲੋਂ ਡਾਇਰੈਕਟਲੀ ਇੱਥੇ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਨੇ। ਅੱਗੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਸਿੰਗਾਪੁਰ, ਨਿਊਜ਼ੀਲੈਂਡ, ਜਰਮਨੀ ਅਤੇ ਇੰਗਲੈਂਡ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਕੇ ਕੋਈ ਵੀ ਵਿਅਕਤੀ ਵਿਦੇਸ਼ ਵਿੱਚ ਪੜ੍ਹਾਈ ਕਰਨ ਅਤੇ ਸੈਟਲ ਹੋਣ ਦਾ ਸੁਪਨਾ ਜੋ ਹੈ ਪੂਰਾ ਕਰ ਸਕਦਾ ਹੈ।
ਅੱਗੇ ਗੱਲਬਾਤ ਕਰਦੇ ਹੋਏ ਲੈਂਡਮਾਰਕ ਇਮੀਗ੍ਰੇਸ਼ਨ ਦੇ ਸੰਸਥਾਪਕ ਜਸਮੀਤ ਭਾਟੀਆ ਨੇ ਦੱਸਿਆ ਕਿ ਇਹਨਾਂ ਸੈਮੀਨਾਰਾਂ ਵਿੱਚ ਜਮ੍ਹਾਂ 2 ਅਤੇ ਗ੍ਰੈਜੂਏਸ਼ਨ ਕਰ ਚੁੱਕੇ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ ਆਪਣਾ ਭਵਿੱਖ ਬਣਾਉਣ ਦਾ। Hi, good afternoon. My name is Nakul and I'm from LaSalle College, Montreal. So today we have Mr. Charanjeet, who has actually got the visa to study at LaSalle College, Montreal for transportation logistics starting in September. So Charanjeet, congratulations for your visa. Here is your visa. Thank you so much, sir. So I wanted to check, can you tell me your background from India, what you have studied, your IELTS score, and why you choose LaSalle? Yes, I have done my bachelor's in arts, and after that, I did IELTS and I scored 6.5 overall, and in one module I got 7, and the rest 3 I got 6 bands. And after that, I consulted with the Simarpreet sir and Mr. Nakul sir, and Nakul sir guided me very well about the course. So because in Canada about import and export, this course will help me a lot. Yeah. So congratulations, Sharan, and we look forward to welcome you at LaSalle College, Montreal. I have a small token from Landmark Immigration for you, so you can keep it with you. Thank you very much for your visa. Thank you. ਇਸ ਸੈਮੀਨਾਰ ਦੇ ਵਿੱਚ ਖਾਸ ਗੱਲ ਇਹ ਵੀ ਰਹੀ ਕਿ ਜਿਹੜੇ ਕਾਲਜ ਦੇ ਨੁਮਾਇੰਦੇ ਇਸ ਸੈਮੀਨਾਰ ਦੇ ਵਿੱਚ ਭਾਗ ਲੈ ਰਹੇ ਸੀ, ਉਹਨਾਂ ਨੇ ਬੱਚਿਆਂ ਨੂੰ ਤਾਂ ਜਾਣਕਾਰੀ ਦਿੱਤੀ ਹੀ ਦਿੱਤੀ, ਨਾਲ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਆਫਰ ਲੈਟਰ ਅਪਲਾਈ ਕੀਤੀ ਹੈ, ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਜਿਹੜੀ ਹੈ ਆਫਰ ਲੈਟਰ ਮੰਗਾਈ ਜਾਵੇ, ਤਾਂ ਕਿ ਉਹਨਾਂ ਬੱਚਿਆਂ ਦੀ ਸੀਟ ਜਿਹੜੀ ਹੈ ਉਹ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਬੁੱਕ ਹੋਵੇ, ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਵੇ। ਲੈਂਡਮਾਰਕ ਇਮੀਗ੍ਰੇਸ਼ਨ ਦੇ ਪ੍ਰਮੁੱਖ ਜਸਮੀਤ ਭਾਟੀਆ ਨੇ ਦੱਸਿਆ ਕਿ ਵਿਦੇਸ਼ ਵਿੱਚ ਕੈਰੀਅਰ ਬਣਾਉਣ ਵਾਸਤੇ ਇਦਾਂ ਦੇ ਸੈਮੀਨਾਰ ਜਿਹੜੇ ਨੇ ਉਹ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਅਲੱਗ-ਅਲੱਗ ਸਮੇਂ ਦੇ ਵਿੱਚ ਲਗਵਾਏ ਜਾਂਦੇ ਹਨ।
ਉਹਨਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਸੈਮੀਨਾਰਾਂ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਗਵਰਨਮੈਂਟ ਕਾਲਜ ਯੂਨੀਵਰਸਿਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਔਰ ਜੋ ਬੱਚੇ ਐਲੀਜੀਬਲ ਹੁੰਦੇ ਨੇ ਉਹਨਾਂ ਬੱਚਿਆਂ ਨੂੰ ਡਾਇਰੈਕਟਲੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਦਿਲਾਈ ਜਾਵੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ 'ਚ। ਮੇਰੇ ਨਾਲ ਨੇ ਸਚਿਨ ਜੋ ਜਿਨ੍ਹਾਂ ਦਾ ਸਪਾਊਸ ਵੀਜ਼ਾ ਆ ਚੁੱਕਿਆ ਹੈ। ਸਚਿਨ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਲੈਂਡਮਾਰਕ ਨਾਲ ਕਿਵੇਂ ਰਿਹਾ, ਸਰਵਿਸਿਜ਼ ਕਿਵੇਂ ਦੀਆਂ ਲੱਗੀਆਂ। ਕੰਗ੍ਰੈਚੁਲੇਸ਼ਨ ਸਚਿਨ। थैंक यू मैम। सचिन की कहोगे ਤੁਸੀਂ ਲੈਂਡਮਾਰਕ ਬਾਰੇ? मैम बहुत ही अच्छा एक्सपीरियंस था और बहुत ही फ्रेंडली था और बहुत पेशेंस करने पड़े और फाइनली अब अच्छी तरह वीज़ा मेरी वाइफ का भी यहीं से लगवाया था ਓਕੇ और बेस्ट एक्सपीरियंस। ਓਕੇ ਸਚਿਨ, ਤੁਹਾਡਾ ਕਿੰਨੇ ਟਾਈਮ 'ਚ ਵੀਜ਼ਾ ਆ ਗਿਆ ਤੇ ਤੁਸੀਂ ਪਾਣੀਪਤ ਹੋ ਤਾਂ ਤੁਸੀਂ ਵਿਜ਼ਿਟ ਕਰਦੇ ਸੀ ਸਾਡੀ ਮੋਹਾਲੀ ਬ੍ਰਾਂਚ ਜਾਂ ਫਿਰ ਆਨਲਾਈਨ ਸਾਰੇ ਡਾਕੂਮੈਂਟੇਸ਼ਨ ਹੋਈ ਤੁਹਾਡੀ, ਆਨਲਾइन सारे क्वेरीज सॉल्व होइयां ਤੁਹਾਡੀਆਂ? मैम सारी डॉक्यूमेंट्स ऑनलाइन प्रोवाइड करवाई थी मैंने और मुझे बहुत कम बार आना पड़ा यहाँ ब्रांच में। ओके, और ओवरऑल एक्सपीरियंस कैसा रहा आपका? मैम बेस्ट एक्सपीरियंस था। वैसे तो नज़दीक दिल्ली भी लगता है मेरे, लेकिन मैंने आपका ही प्रेफर करूँगा मैं आगे भी सबको। ਓਕੇ, ਜਿਵੇਂ ਸਚਿਨ ਨੇ ਦੱਸਿਆ ਕਿ ਉਹਨਾਂ ਦੀ ਵਾਈਫ ਦਾ ਵੀਜ਼ਾ ਵੀ ਸਾਡੇ ਤੋਂ ਲੱਗਿਆ ਸੀਗਾ, ਅੱਜ ਉਹਨਾਂ ਦਾ ਸਪਾਊਸ ਵੀਜ਼ਾ ਸਾਡੇ ਤੋਂ ਆਇਆ। ਤੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਬਿਨਾਂ ਕਿਸੇ ਰਿਫਿਊਜ਼ਲ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ ਤੁਹਾਡਾ ਵੀਜ਼ਾ ਆਵੇ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਨਜ਼ਦੀਕੀ ਕਿਸੇ ਵੀ ਬ੍ਰਾਂਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ पूरा कर सकते हो। थैंक यू सो मच। हेलो एवरीबडी, सत श्रीकाल। आज हमारे साथ हैं जशनदीप कौर और इनका कनाडा स्टडी वीज़ा है। सो ये इनका कनाडा स्टडी वीज़ा। कॉन्ग्रेचुलेशन जशनदीप। थैंक यू मैम। क्या प्रोफाइल थी आपकी जशनदीप? कौन से कॉलेज के लिए वीज़ा मैम है? मैंने नाइग्रा कॉलेज के लिए अप्लाई किया था और इसके मेरा सितंबर इनटेक है और मैं सितंबर इनटेक में चली जाऊँगी। अच्छा, सितंबर इनटेक के लिए ही अप्लाई किया था और टाइमली आपका वीज़ा आ गया? मैम मई इनटेक के लिए अप्लाई किया था और मेरी फाइल डेफर हुई है। सितंबर के लिए, यस मैम। बट वीज़ा आ गया। यस मैम। क्या प्रोफाइल थी, क्या किया हुआ है अभी तक आपने? 12th मैम की है, प्लस टू ग्रेजुएट कंप्लीट है? की है, उसके बाद आइलेट्स की थी। आइल्स में बैंड स्कोर? मैम 6.5 बैंड स्कोर। 6 ईच? यस और 12th कौन सी ईयर पास आउट हो आप? मैम 2020। 2020 के बाद कुछ नहीं किया था? नो मैम, आपने? कुछ नहीं किया। और कोर्स कौन सा चूज़ किया आपने? मैम बिजनेस। बिजनेस। 12th कॉमर्स? यस मैम। और अभी कैसा लग रहा है आपको? हाउ इज योर एक्साइटमेंट? ओवर एक्साइटेड। चलो, कॉन्ग्रेचुलेशंस टू जशनदीप एंड हर फैमिली एंड इट इज़ एक्चुअली अ वेरी वेरी गुड न्यूज़ फॉर अस। थैंक यू। हेलो एवरीबडी, सत श्रीकाल। दिस इज़ सुरभि फ्रॉम लैंडमार्क और आज हमारे साथ है रमिता जिनका कनाडा स्टडी वीज़ा आ गया। सो कनाडा से रमिता का जो स्टडी वीज़ा आया है, अब हम रमिता से ही जानेंगे क्या प्रोफाइल थी इनकी, कौन से कॉलेज के लिए वीज़ा है, क्या प्रोफाइल थी रमिता आपकी? पहले तो कॉन्ग्रेचुलेशंस वंस अगेन एंड देन। थैंक यू। हाँ जी। ओवरऑल 6.5 स्कोर थे मेरे और मेरा नाइग्रा कॉलेज का वीज़ा है कनाडा का। एंड आपकी 12th ग्रेड पास आउट थे? Yes. ग्रेजुएट थे आप? सीनियर सेकेंडरी। 12th कौन कितनी परसेंटेज थी? मेरी 94% अरे वेरी गुड। एंड कौन सी ईयर पास आउट थे आप? 2021। 21 रीसेंट पास आउट थे। कितना टाइम लगा वीज़ा आने में? मेरा 2.5 months। 2.5 months। और कैसा रहा लैंडमार्क के साथ प्रोसेस, कैसा रहा? आप खुश हैं काफ़ी हाँ, अच्छा अपने था। वीज़ा के साथ? अब जब भी Okay. कॉल करते थे मैम अटेंड कर लेते थे। कौन सी ब्रांच से आपने अप्लाई किया था? लुधियाना। लुधियाना ब्रांच से। अच्छा ठीक है, दैट्स ग्रेट। तो लुधियाना में हमारी ब्रांच है, रमिता ने भी लुधियाना से ही अप्लाई किया एंड इनका वीज़ा आ गया है, बहुत टाइमली इनका वीज़ा आ गया है। सितंबर इनटेक के लिए आप जा रहे हैं? Yes. चलो दैट्स ग्रेट, ऑल द बेस्ट, थैंक यू। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ 'ਚ। ਮੇਰੇ ਨਾਲ ਨੇ ਵੰਦਨਾ ਜੋ ਆਏ ਨੇ ਬਠਿੰਡਾ ਤੋਂ। ਕੰਗ੍ਰੈਚੁਲੇਸ਼ਨ ਵੰਦਨਾ। थैंक यू मैम। ਤੇ ਵੰਦਨਾ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਲੈਂਡਮਾਰਕ ਨਾਲ ਕਿਵੇਂ ਰਿਹਾ। ਵੰਦਨਾ ਕੀ ਕਹੋਗੇ ਤੁਸੀਂ? मैम मेरा लैंडमार्क नाल इमीग्रेशन नाल एक्सपीरियंस मेरा बहुत वधिया रहा। सब तो पहला मतलब मैं यही कहूँगी कि जदों भी मैनूं कोई क्यूरी सी वो मेरी उस टाइम ते ही मेरी सॉल्व हुंदी सी। स्टाफ बहुत ज़्यादा कोऑपरेटिव सीगा। ਓਕੇ, ਤੇ ਸਭ ਤੋਂ ਪਹਿਲਾਂ ਸਾਡੀ ਕਿਹੜੀ ਬ੍ਰਾਂਚ ਤੁਸੀਂ ਵਿਜ਼ਿਟ ਕੀਤਾ ਸੀ?
ਸਭ ਤੋਂ ਪਹਿਲਾਂ ਮੈਮ ਮੈਂ ਮੋਗਾ ਬ੍ਰਾਂਚ ਵਿੱਚ ਵਿਜ਼ਿਟ ਕੀਤਾ ਸੀਗਾ ਅਤੇ ਉੱਥੇ ਗੁਰਿੰਦਰ ਮੈਮ ਨੇ ਮੇਰੀ ਕਾਉਂਸਲਿੰਗ ਕੀਤੀ ਸੀਗੀ। ਹਾਂਜੀ। ਤੇ ਇੰਡੀਆ ਦੀ ਸਟੱਡੀ ਕੀ ਸੀਗੀ, ਤੁਸੀਂ ਕਿਵੇਂ ਸੋਚਿਆ ਬਾਹਰ ਜਾਣ ਬਾਰੇ? ਹਾਂਜੀ ਮੈਮ, ਮੈਂ ਸਭ ਤੋਂ ਪਹਿਲਾਂ ਗ੍ਰੈਜੂਏਸ਼ਨ ਕੀਤੀ ਸੀਗੀ ਬੈਚਲਰਸ ਆਫ ਕਮਰਸ 2019 ਦੇ ਵਿੱਚ, ਅਤੇ ਉਹ ਤੋਂ ਬਾਅਦ ਮੈਮ ਓਵਰਆਲ ਮੇਰੇ 6.5 ਬੈਂਡਸ ਆਏ ਸੀਗੇ, ਨਾਟ ਲੈਸ ਦੈਨ 6 ਈਚ। ਦੈਨ ਮੈਂ ਮੇਰੇ ਫਰੈਂਡਸ ਦੇ ਰਿਲੇਟਿਵ ਸੀ, ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੁਸੀਂ ਇੱਕ ਵਾਰੀ ਲੈਂਡਮਾਰਕ ਇਮੀਗ੍ਰੇਸ਼ਨ 'ਚ ਵਿਜ਼ਿਟ ਕਰੋ। ਦੈਨ ਮੈਂ ਪਲਾਨ ਬਣਾਇਆ ਆਪਣਾ ਕੈਨੇਡਾ ਸਟੱਡੀ ਦੇ ਲਈ। ਓਕੇ, ਤੇ ਹੁਣ ਕਿਹੜੇ ਕਾਲਜ ਤੁਸੀਂ ਜਾ ਰਹੇ ਹੋ? ਮੈਮ ਮੈਂ ਨਾਇਗਰਾ ਕਾਲਜ ਟੋਰਾਂਟੋ ਵਿੱਚ ਆ ਰਹੀ ਹਾਂ। ਓਕੇ, ਤੇ ਕੋਰਸ ਕਿਹੜਾ ਤੁਹਾਡਾ? ਮੈਮ ਮੇਰਾ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ। ਓਕੇ, ਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ? ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਜਿਸ ਤਰ੍ਹਾਂ ਮੇਰਾ ਸੁਪਨਾ ਬਾਹਰ ਦਾ ਅੱਜ ਪੂਰਾ ਹੋਇਆ, ਤੁਸੀਂ ਵੀ ਇੱਕ ਵਾਰ ਜ਼ਰੂਰ ਲੈਂਡਮਾਰਕ ਇਮੀਗ੍ਰੇਸ਼ਨ ਵਿੱਚ ਵਿਜ਼ਿਟ ਕਰੋ। ਇਹਨਾਂ ਦੀ ਸਰਵਿਸਿਜ਼ ਬਹੁਤ ਜ਼ਿਆਦਾ ਵਧੀਆ ਹੈ ਅਤੇ ਤੁਸੀਂ ਵੀ ਆਪਣਾ ਜਿਹੜਾ ਬਾਹਰ ਜਾਣ ਦਾ ਸੁਪਨਾ ਵਾ ਪੂਰਾ ਕਰ ਸਕਦੇ ਹੋ। ਥੈਂਕ ਯੂ ਮੈਮ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ 'ਚ। ਮੇਰੇ ਨਾਲ ਨੇ ਸਾਹਿਲਪ੍ਰੀਤ ਕੌਰ, ਜੋ ਆਏ ਨੇ ਮੋਹਾਲੀ ਆਫਿਸ ਆਪਣਾ ਵੀਜ਼ਾ ਪਾਸਪੋਰਟ ਲੈਣ ਲਈ। ਕੰਗ੍ਰੈਚੁਲੇਸ਼ਨ ਸਾਹਿਲ। ਥੈਂਕ ਯੂ ਮੈਮ। ਤੇ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਦਾ ਐਕਸਪੀਰੀਅੰਸ ਲੈਂਡਮਾਰਕ ਨਾਲ ਕਿਵੇਂ ਰਿਹਾ। ਸਾਹਿਲ, ਕੀ ਕਹੋਗੇ ਤੁਸੀਂ? ਬਹੁਤ ਵਧੀਆ ਸਰਵਿਸ ਸੀ ਇਹਨਾਂ ਦੀ, ਮੈਨੂੰ ਬਹੁਤ ਵਧੀਆ ਲੱਗਿਆ। ਪਹਿਲਾਂ ਮੇਰੀ ਰਿਫਿਊਜ਼ਲ ਆਈ ਹੋਈ ਸੀ ਅਤੇ ਮੈਂ ਬਹੁਤ ਡਰੀ ਹੋਈ ਸੀ ਕਿ ਪਤਾ ਨਹੀਂ ਹੁਣ ਮੇਰਾ ਵੀਜ਼ਾ ਆਏ ਕਿ ਨਾ ਆਏ, ਅਤੇ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ। ਪਹਿਲਾਂ ਰਿਫਿਊਜ਼ਲ ਆ ਗਈ ਸੀਗੀ? ਹਾਂਜੀ। ਤੇ ਫਿਰ ਤੁਸੀਂ ਲੈਂਡਮਾਰਕ ਤਾਂ ਪਤਾ ਲੱਗਿਆ ਕਿ ਲੈਂਡਮਾਰਕ ਤੇ ਟਰਸਟ ਕਿਵੇਂ ਬਣਿਆ ਕਿ ਲੈਂਡਮਾਰਕ ਤੋਂ ਮੇਰਾ ਵੀਜ਼ਾ ਆ ਜਾਏਗਾ? ਬ੍ਰਦਰ ਨੇ, ਉਹਨਾਂ ਨੇ ਵੀ ਇਹਨਾਂ ਤੋਂ ਫਾਈਲ ਲਗਵਾਈ ਸੀ, ਉਹਨਾਂ ਨੇ ਮੈਨੂੰ। ਓਕੇ, ਤੇ ਤੁਹਾਡੀ ਇੰਡੀਆ ਦੀ ਸਟੱਡੀ ਕੀ ਸੀ ਤੇ ਰਿਫਿਊਜ਼ਲ ਆਉਣ ਦਾ ਕਾਰਨ ਕੀ ਸੀਗਾ ਤੁਹਾਡਾ? ਉਹਨਾਂ ਨੇ ਰੀਜ਼ਨ ਦਿੱਤਾ ਸੀ ਕਿ ਤੁਸੀਂ ਵਾਪਸ ਨਹੀਂ ਆਉਣਾ। ਓਕੇ, ਤੇ ਸਟੱਡੀ ਕੀ ਸੀ ਇੰਡੀਆ ਦੀ? ਪਲੱਸ 2 ਕਿਹੜੇ ਈਅਰ 'ਚ ਪਾਸ ਆਊਟ ਕੀਤੀ ਸੀ? 2019 ਦੇ ਵਿੱਚ। ਤੇ ਹੁਣ ਕਿਹੜੇ ਕੋਰਸ ਤੁਸੀਂ ਜਾ ਰਹੇ ਹੋ ਔਰ ਕਾਲਜ ਕਿਹੜਾ ਤੁਹਾਡਾ? ਮੇਰਾ ਸੂ ਕਾਲਜ ਐਂਡ ਕੋਰਸ ਹੈਗਾ ਪਰਸਨਲ ਐਂਡ ਡਿਵੈਲਪਮੈਂਟ ਸਪੋਰਟ ਸਰਵਿਸ। ਓਕੇ, ਤੇ ਆਇਲਸ ਬੈਂਡ ਸਕੋਰ ਕੀ ਨੇ ਤੁਹਾਡੇ? 6.5 each 6। ਓਕੇ, ਤੇ ਜਿਵੇਂ ਤੁਸੀਂ ਦੱਸਿਆ ਇੱਕ ਰਿਫਿਊਜ਼ਲ ਆ ਗਈ ਸੀ ਤੇ ਅੱਜ ਖੁਸ਼ ਹੋ ਤੁਸੀਂ ਆਪਣਾ ਵੀਜ਼ਾ ਲੈ ਕੇ? ਤੇ ਜਿਹੜੇ ਸਾਡੇ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ? ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਵੀ ਲੈਂਡਮਾਰਕ ਇਮੀਗ੍ਰੇਸ਼ਨ ਵਿਜ਼ਿਟ ਕਰੋ ਐਂਡ ਇਹਨਾਂ ਦੀ ਸਰਵਿਸ ਬਹੁਤ ਵਧੀਆ। ਓਕੇ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ 'ਚ। ਮੇਰੇ ਨਾਲ ਨੇ ਰਜਿਤ ਰਾਮ, ਜਿਨ੍ਹਾਂ ਦਾ ਵਿਜ਼ਟਰ ਵੀਜ਼ਾ ਲੱਗ ਚੁੱਕਿਆ ਹੈ ਤੇ ਉਹਨਾਂ ਦੀ ਵਾਈਫ ਦਾ ਸ਼ਕੁੰਤਲਾ ਦਾ ਵੀ ਵਿਜ਼ਟਰ ਵੀਜ਼ਾ ਲੱਗ ਚੁੱਕਿਆ ਹੈ। ਕੰਗ੍ਰੈਚੁਲੇਸ਼ਨ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਤੇ ਸਰ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਲੈਂਡਮਾਰਕ ਨਾਲ ਕਿਵੇਂ ਰਿਹਾ, ਸਰਵਿਸਿਜ਼ ਕਿਵੇਂ ਦੀਆਂ ਲੱਗੀਆਂ ਤੇ ਕਿੰਨੇ ਟਾਈਮ 'ਚ ਉਹਨਾਂ ਦਾ ਵੀਜ਼ਾ ਆ ਗਿਆ, ਕੀ ਕਹੋਗੇ ਸਰ ਤੁਸੀਂ? ਮੈਮ, ਇਸ ਤਰ੍ਹਾਂ ਦਾ ਮੈਨੂੰ ਲੈਂਡਮਾਰਕ ਦਾ ਜਿਹੜਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਅਤੇ ਮੇਰਾ ਲਗਭਗ 22 ਦਸੰਬਰ ਨੂੰ ਵੀਜ਼ਾ ਅਪਲਾਈ ਹੋਇਆ ਸੀਗਾ ਅਤੇ 7 ਜੂਨ ਨੂੰ ਓਕੇ PPR ਆ ਗਈ ਅਤੇ ਹੁਣ ਵੀਜ਼ਾ ਲੱਗ ਕੇ ਆ ਗਿਆ ਜੀ। ਤੇ ਅੱਜ ਖੁਸ਼ ਹੋ ਸਰ? ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਜ਼ਿਆਦਾ ਜੀ। ਲੈਂਡਮਾਰਕ ਦੀਆਂ ਸਰਵਿਸਿਜ਼ ਕਿਵੇਂ ਦੀਆਂ ਲੱਗੀਆਂ? ਬਹੁਤ ਵਧੀਆ ਲੱਗੀਆਂ ਜੀ, ਸਰਵਿਸਿਜ਼ ਬਹੁਤ ਵਧੀਆ ਲੱਗੀਆਂ। ਜਿਵੇਂ ਤੁਹਾਡੇ ਡਾਕੂਮੈਂਟੇਸ਼ਨ ਹੋਈ ਹੈ, ਤੁਸੀਂ ਫੋਨ ਕਰਦੇ ਸੀ, ਸਾਰੇ ਡਾਕੂਮੈਂਟ ਤੁਹਾਨੂੰ ਕਿੱਦਾਂ ਸਮਝਾਏ ਜਾਂਦੇ ਸੀ? ਫਿਰ ਮੈਨੂੰ ਪਹਿਲੇ ਸਟੇਜ 'ਤੇ ਡਾਕੂਮੈਂਟਸ ਦੇ ਬਾਰੇ ਸਾਰੇ ਬਹੁਤ ਅੱਛੀ ਤਰ੍ਹਾਂ ਜਲੰਧਰ ਤੋਂ ਗਾਈਡ ਕੀਤਾ ਗਿਆ ਸੀ। 1-2 ਡਾਕੂਮੈਂਟਸ ਮੇਰੇ ਵੱਲੋਂ ਰਹਿ ਗਏ ਸੀ ਕਮੀ, ਬਟ ਉਹ ਮੈਂ ਕੰਪਲੀਟ ਕੀਤਾ ਅਤੇ ਉਹਦੇ ਨਾਲ ਫਿਰ ਡਾਕੂਮੈਂਟਸ ਕੰਪਲੀਸ਼ਨ ਹੋਣ ਤੋਂ ਬਾਅਦ ਮੇਰੀ ਫਾਈਲ ਲੱਗੀ ਸੀ। ਓਕੇ, ਤੇ ਅੱਜ ਖੁਸ਼ ਹੋ ਸਰ? ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਜ਼ਿਆਦਾ। ਜਿਹੜੇ ਸਾਡੇ ਵਿਊਅਰਸ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਤੁਸੀਂ? ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਲੈਂਡਮਾਰਕਸ ਦਾ ਕੰਮ ਬਹੁਤ ਵਧੀਆ ਆ, ਬਹੁਤ ਵਧੀਆ ਆ। ਜੇ ਕਿਸੇ ਨੇ ਲਗਾਉਣਾ ਵੀ ਜਾਂ ਇੱਥੋਂ ਲਗਾਉਣ ਦੀ ਕੋਸ਼ਿਸ਼ ਕਰੋ, ਇੱਥੇ ਲਗਵਾਓ ਵੀ, ਤਾਂ ਤੁਹਾਨੂੰ ਪੋਜ਼ੀਟਿਵ ਰਿਜ਼ਲਟ ਆਊਗਾ ਜੀ। ਓਕੇ, ਥੈਂਕ ਯੂ ਸੋ ਮਚ। ਥੈਂਕ ਯੂ।